ਮੈਂ ਸੜਕ 'ਤੇ ਬੂਟ ਪਾਲਿਸ਼ ਕਰਦਾ ਸੀ। ਇੱਕ ਦਿਨ ਇੱਕ ਅਮੀਰ ਔਰਤ ਮੇਰੇ ਕੋਲ ਆਈ ਅਤੇ ਕਹਿਣ ਲੱਗੀ ਕਿ ਜੇਕਰ ਮੇਰੇ ਕੋਲ ਨੌਕਰੀ ਕਰੇਗਾ ਤਾਂ ਮੈਂ ਤੈਨੂੰ 50,000 ਰੁਪਏ ਮਹੀਨਾ ਦੇ ਦੇਵਾਂਗੀ। ਮੈਂ ਤੁਰੰਤ ਹਾਂ ਕਰ ਦਿੱਤੀ ਅਤੇ ਮਾਲਕਣ ਦੇ ਘਰ ਚਲਾ ਗਿਆ। ਘਰ ਇੰਨਾ ਵੱਡਾ ਸੀ ਕਿ ਮੈਂ ਦੇਖ ਕੇ ਹੈਰਾਨ ਰਹਿ ਗਿਆ। ਪਰ ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਮੇਰੀ ਮਾਲਕਣ ਉਸ ਘਰ ਵਿੱਚ ਇਕੱਲੀ ਰਹਿੰਦੀ ਸੀ। ਉਸਨੇ ਮੈਨੂੰ ਇੱਕ ਘਟੀਆ ਕੰਮ ਕਰਨ ਲਈ ਕਿਹਾ, ਪਰ ਮੈਂ ਮਨਾ ਕਰ ਦਿੱਤਾ ਅਤੇ ਵਾਪਸ ਜਾਣ ਲੱਗਿਆ ਤਾਂ ਉਹ ਮੈਨੂੰ ਕਹਿਣ ਲੱਗੀ, ਇਸ ਕਮਰੇ ਵਿੱਚ ਤੇਰੇ ਲਈ ਇੱਕ ਗਿਫਟ ਰੱਖਿਆ ਹੈ, ਜਾ ਕੇ ਚੁੱਕ ਲਿਆ। ਮੈਂ ਕਮਰੇ ਵਿੱਚ ਗਿਆ ਤਾਂ ਮੇਰੇ ਹੋਸ਼ ਉੱਡ ਗਏ। ਉੱਥੇ ਤਾਂ ਮੇਰੀ ਸਗੀ। ਮੇਰਾ ਨਾਂ ਮੋਹਿਤ ਹੈ। ਮੈਂ ਬਹੁਤ ਹੀ ਜ਼ਿਆਦਾ ਗਰੀਬ ਆਦਮੀ ਸੀ। ਮੇਰੇ ਹੱਥ ਵਿੱਚ ਨਾ ਕੋਈ ਗੁਣ ਸੀ ਅਤੇ ਨਾ ਹੀ ਮੈਂ ਪੜ੍ਹਿਆ ਲਿਖਿਆ ਸੀ। ਮੇਰੀ ਇੱਕ ਭੈਣ ਸੀ ਜਿਸ ਦਾ ਨਾਂ ਪੱਲਵੀ ਸੀ। ਉਹ ਬਹੁਤ ਜ਼ਿਆਦਾ ਖੂਬਸੂਰਤ ਸੀ। ਇਸ ਦੁਨੀਆ ਵਿੱਚ ਸਾਡਾ ਭਾਈ ਭੈਣ ਦਾ ਹੋਰ ਕੋਈ ਨਹੀਂ ਸੀ। ਸਾਡੇ ਮਾਂ-ਬਾਪ ਸਨ, ਪਰ ਉਹਨਾਂ ਦੀ ਵੀ ਕਿਸਮਤ ਖਰਾਬ ਸੀ, ਕਿਉਂਕਿ ਮੇਰੇ ਮੰਮੀ ਪਾਪਾ ਨੇ ਇੱਕ ਦੂਜੇ ਨਾਲ ਬੇਵਫਾਈ ਕੀਤੀ ਸੀ। ਪਹਿਲਾਂ ਮੇਰੇ ਪਾਪਾ ਨੇ ਬੇਵਫਾਈ ਕੀਤੀ ਅਤੇ ਫਿਰ ਮੰਮੀ ਨੇ ਉਹਨਾਂ ਤੋਂ ਬਦਲਾ ਲੈਣ ਲਈ ਪਾਪਾ ਨਾਲ ਬੇਵਫਾਈ ਕੀਤੀ। ਤਾਂ ਫਿਰ ਇੱਕ ਦਿਨ ਪਾਪਾ ਨੇ ਮੇਰੀ ਮੰਮੀ ਨੂੰ ਮਾਰ ਦਿੱਤਾ ਅਤੇ ਆਪ ਵੀ ਖੁਦਕੁਸ਼ੀ ਕਰ ਲਈ। ਆਪ ਤਾਂ ਉਹ ਦੋਵੇਂ ਮਰ ਗਏ, ਪਰ ਸਾਨੂੰ ਇਸ ਦੁਨੀਆ ਵਿੱਚ ਜਲੀਲ ਹੋਣ ਲਈ ਇਕੱਲੇ ਛੱਡ ਗਏ। ਸਾਡੇ ਕੁਝ ਰਿਸ਼ਤੇਦਾਰ ਸਨ, ਉਹ ਸਾਡੇ ਬੁਰੇ ਸਮੇਂ 'ਤੇ ਵੀ ਹੱਸਦੇ ਸਨ, ਇਸ ਲਈ ਅਸੀਂ ਉਹਨਾਂ ਤੋਂ ਕਦੇ ਵੀ ਮਦਦ ਨਹੀਂ ਮੰਗੀ। ਮੇਰੀ ਭੈਣ ਬਹੁਤ ਪਿਆਰੀ ਸੀ। ਉਹ ਘਰ ਵਿੱਚ ਟਿਊਸ਼ਨ ਪੜ੍ਹਾਉਂਦੀ ਸੀ ਅਤੇ ਮੈਂ ਬੂਟ ਪਾਲਿਸ਼ ਕਰਦਾ ਸੀ। ਇਸ ਨਾਲ ਸਾਡੇ ਘਰ ਦਾ ਗੁਜ਼ਾਰਾ ਚੱਲਦਾ ਰਹਿੰਦਾ ਸੀ। ਜਦੋਂ ਮੇਰੀ ਭੈਣ ਨੇ ਕਿਹਾ ਕਿ ਮੈਂ ਬੱਚਿਆਂ ਦੇ ਘਰ ਜਾ ਕੇ ਪੜ੍ਹਾਵਾਂਗੀ ਤਾਂ ਮੈਂ ਸੋਚਾਂ ਵਿੱਚ ਪੈ ਗਿਆ ਕਿ ਜਵਾਨ ਕੁੜੀ ਬਾਹਰ ਜਾਵੇਗੀ। ਮੇਰੀ ਭੈਣ ਨੇ BA ਕੀਤੀ ਹੋਈ ਸੀ ਅਤੇ ਉਸਨੇ 8ਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਬੱਚਿਆਂ ਦੇ ਘਰ ਜਾ ਕੇ ਪੜ੍ਹਾਉਣ ਲਈ ਉਸਨੂੰ 5,000 ਰੁਪਏ ਮਹੀਨੇ ਦੇ ਮਿਲਦੇ ਸਨ। ਇੰਨੇ ਪੈਸੇ ਤਾਂ ਮੈਂ ਵੀ ਨਹੀਂ ਕਮਾਉਂਦਾ ਸੀ। ਮੈਂ ਸੋਚਿਆ ਕਿ ਚਲੋ ਕਿਸੇ ਦੇ ਘਰ ਵਿੱਚ ਬੈਠ ਕੇ ਹੀ ਪੜ੍ਹਾਉਂਦੀ ਹੈ, ਬਾਹਰ ਤਾਂ ਨਹੀਂ ਜਾਵੇਗੀ ਅਤੇ ਨਾ ਹੀ ਇਹ ਕੋਈ ਅਜਿਹੀ ਨੌਕਰੀ ਸੀ ਜਿਸ ਵਿੱਚ ਉਸਨੂੰ ਦਫ਼ਤਰ ਵਿੱਚ ਬੈਠਣਾ ਪਵੇ। ਅਸੀਂ ਉਹਨਾਂ ਲੋਕਾਂ ਬਾਰੇ ਚੰਗੀ ਤਰ੍ਹਾਂ ਜਾਣਦੇ ਵੀ ਸੀ, ਕਿਉਂਕਿ ਉਹ ਮੇਰੀ ਭੈਣ ਦੀ ਇੱਕ ਸਹੇਲੀ ਦੇ ਰਿਸ਼ਤੇਦਾਰ ਸਨ ਅਤੇ ਉਸ ਦੀ ਸਹੇਲੀ ਬਚਪਨ ਤੋਂ ਹੀ ਸਾਡੇ ਘਰ ਆਉਂਦੀ ਜਾਂਦੀ ਸੀ। ਇਸ ਲਈ ਮੈਂ ਆਪਣੀ ਭੈਣ ਨੂੰ ਇਜਾਜ਼ਤ ਦੇ ਦਿੱਤੀ ਸੀ। ਉਂਝ ਵੀ ਸਾਡੀ ਮਜਬੂਰੀ ਹੀ ਸੀ। ਪੱਲਵੀ ਕਹਿਣ ਲੱਗੀ ਕਿ ਉਹ ਅਮੀਰ ਲੋਕ ਹਨ, ਮੈਨੂੰ ਤਿਆਰ ਹੋ ਕੇ ਜਾਣਾ ਪਵੇਗਾ। ਮੈਨੂੰ 1-2 ਵਧੀਆ ਸੂਟ ਲੈਣੇ ਪੈਣਗੇ। ਮੈਂ ਕਿਸੇ ਤੋਂ ਉਧਾਰ ਲੈ ਕੇ ਆਪਣੀ ਭੈਣ ਨੂੰ 2-3 ਵਧੀਆ ਸੂਟ ਦਵਾ ਦਿੱਤੇ ਅਤੇ ਉਸ ਤੋਂ ਬਾਅਦ ਉਹ ਕੰਮ 'ਤੇ ਜਾਣ ਲੱਗੀ ਅਤੇ ਮੈਂ ਸੜਕ 'ਤੇ ਬੂਟ ਪਾਲਿਸ਼ ਕਰਦਾ ਸੀ। ਇਸੇ ਤਰ੍ਹਾਂ 6-7 ਮਹੀਨੇ ਲੰਘ ਗਏ ਸਨ। ਮੇਰੀ ਵੱਡੀ ਭੈਣ ਦੀ ਤਨਖਾਹ ਉਹਨਾਂ ਨੇ 2,000 ਰੁਪਏ ਵਧਾ ਦਿੱਤੀ ਸੀ। ਹੁਣ ਮੇਰੀ ਭੈਣ ਮਹੀਨੇ ਦੇ 7,000 ਰੁਪਏ ਕਮਾ ਰਹੀ ਸੀ ਅਤੇ ਇੰਨੇ ਹੀ ਪੈਸੇ ਮੈਂ ਵੀ ਬਣਾ ਲੈਂਦਾ ਸੀ। ਅਸੀਂ ਘਰ ਵਿੱਚ ਦੋਵੇਂ ਭੈਣ ਭਾਈ ਹੀ ਸੀ, ਇਸ ਲਈ ਸਾਡਾ ਗੁਜ਼ਾਰਾ ਹੋ ਜਾਂਦਾ ਸੀ। ਜੇਕਰ ਕਦੇ ਘਰ ਵਿੱਚ ਸਬਜ਼ੀ ਨਹੀਂ ਹੁੰਦੀ ਸੀ ਤਾਂ ਅਸੀਂ ਸੁੱਕੀ ਰੋਟੀ ਵੀ ਖਾ ਲੈਂਦੇ ਸੀ। ਪਰ ਮੈਨੂੰ ਪਤਾ ਸੀ ਕਿ ਜ਼ਿੰਦਗੀ ਇਸ ਤਰ੍ਹਾਂ ਨਹੀਂ ਗੁਜ਼ਰੇਗੀ, ਕਿਉਂਕਿ ਮੇਰੀ ਭੈਣ ਦੀ ਉਮਰ 18 ਸਾਲ ਦੀ ਹੋ ਗਈ ਸੀ। ਮੈਨੂੰ ਉਸ ਦਾ ਵਿਆਹ ਕਰਨਾ ਸੀ ਅਤੇ ਉਸ ਦੇ ਵਿਆਹ ਲਈ ਦਹੇਜ ਵੀ ਬਣਾਉਣਾ ਸੀ, ਪਰ ਇਸ ਤਰ੍ਹਾਂ ਤਾਂ ਕੁਝ ਨਹੀਂ ਹੋਣ ਵਾਲਾ ਸੀ। ਇੱਕ ਦਿਨ ਮੈਂ ਸੜਕ 'ਤੇ ਬੈਠਾ ਬੂਟ ਪਾਲਿਸ਼ ਕਰ ਰਿਹਾ ਸੀ ਤਾਂ ਮੇਰੇ ਕੋਲ ਇੱਕ ਔਰਤ ਆਈ। ਮੈਂ ਹੈਰਾਨ ਹੋਇਆ ਕਿ ਉਹ ਮੇਰੇ ਵੱਲ ਕਿਉਂ ਆ ਰਹੀ ਹੈ, ਕਿਉਂਕਿ ਮੈਂ ਔਰਤਾਂ ਦੇ ਬੂਟ ਪਾਲਿਸ਼ ਨਹੀਂ ਕਰਦਾ ਸੀ ਅਤੇ ਔਰਤਾਂ ਦੇ ਜੁੱਤੇ ਅਜਿਹੇ ਹੁੰਦੇ ਵੀ ਨਹੀਂ ਹਨ ਜਿਨ੍ਹਾਂ ਨੂੰ ਪਾਲਿਸ਼ ਕੀਤੀ ਜਾਵੇ। ਪਰ ਉਹ ਮੇਰੇ ਕੋਲ ਆ ਕੇ ਰੁਕ ਗਈ। ਥੋੜ੍ਹੀ ਦੇਰ ਮੈਨੂੰ ਦੇਖਦੀ ਰਹੀ ਅਤੇ ਫਿਰ ਕੁਝ ਸੋਚਣ ਲੱਗੀ। ਮੈਂ ਇੱਕ ਬਹੁਤ ਵੱਡੀ ਜੁੱਤੀਆਂ ਦੀ ਦੁਕਾਨ ਦੇ ਅੱਗੇ ਬੈਠਦਾ ਸੀ। ਉਸ ਦੁਕਾਨ ਦੇ ਸਾਹਮਣੇ ਇੱਕ ਬੈਂਚ ਵੀ ਪਿਆ ਸੀ। ਉਹ ਉਸ ਬੈਂਚ 'ਤੇ ਬੈਠ ਗਈ। ਉਹ ਬਹੁਤ ਅਮੀਰ ਔਰਤ ਲੱਗ ਰਹੀ ਸੀ। ਉਸ ਦੀ ਉਮਰ ਸ਼ਾਇਦ 40 ਸਾਲ ਦੇ ਲਗਭਗ ਹੋਵੇਗੀ। ਉਸਨੇ ਕਾਲੇ ਰੰਗ ਦਾ ਚਸ਼ਮਾ ਲਗਾਇਆ ਹੋਇਆ ਸੀ ਅਤੇ ਮੈਨੂੰ ਨਹੀਂ ਪਤਾ ਸੀ ਕਿ ਉਸ ਚਸ਼ਮੇ ਦੇ ਅੰਦਰ ਉਹ ਮੈਨੂੰ ਹੀ ਦੇਖ ਰਹੀ ਸੀ ਜਾਂ ਕਿਸੇ ਹੋਰ ਨੂੰ। ਆਪਣੀ ਭੈਣ ਦੀ ਤਰ੍ਹਾਂ ਮੈਂ ਵੀ ਸ਼ਕਲ ਸੂਰਤ ਤੋਂ ਚੰਗਾ ਸੀ। ਜਦੋਂ ਮੈਂ ਹੋਇਆ ਸੀ ਤਾਂ ਸਭ ਨੇ ਕਿਹਾ ਸੀ ਕਿ ਬਹੁਤ ਸੋਹਣਾ ਮੁੰਡਾ ਹੋਇਆ ਹੈ, ਪਰ ਮੁਸ਼ਕਿਲ ਹਾਲਾਤਾਂ ਨੇ ਮੇਰੀ ਸ਼ਕਲ ਹੀ ਬਦਲ ਕੇ ਰੱਖ ਦਿੱਤੀ ਸੀ।
ਅਤੇ ਮੈਨੂੰ ਦੇਖ ਕੇ ਇੰਜ ਲੱਗਦਾ ਸੀ ਜਿਵੇਂ ਮੈਂ ਕਿਸੇ ਪਰੇਸ਼ਾਨੀ ਵਿੱਚ ਹਾਂ। ਉਹ ਔਰਤ ਸ਼ਾਇਦ ਕਿਸੇ ਦਾ ਇੰਤਜ਼ਾਰ ਕਰ ਰਹੀ ਸੀ। ਉਹ ਵਾਰ-ਵਾਰ ਘੜੀ ਵੱਲ ਦੇਖ ਰਹੀ ਸੀ। ਫਿਰ ਉਹ ਬੈਂਚ ਤੋਂ ਉੱਠ ਕੇ ਮੇਰੇ ਕੋਲ ਆਈ ਅਤੇ ਮੈਨੂੰ ਪੁੱਛਣ ਲੱਗੀ, ਕਿੰਨੇ ਪੈਸੇ ਕਮਾ ਲੈਂਦਾ ਹੈ? ਮੈਂ ਕਿਹਾ, ਬਹੁਤ ਘੱਟ ਬਣਦੇ ਹਨ। ਉਸਨੇ ਫਿਰ ਪੁੱਛਿਆ, ਕਿੰਨੇ ਪੈਸੇ? ਤਾਂ ਮੈਂ ਕਿਹਾ, 5-7 ਹਜ਼ਾਰ ਕਮਾ ਲੈਂਦਾ ਹਾਂ। ਉਹ ਕਹਿਣ ਲੱਗੀ, ਇੰਨੇ ਪੈਸਿਆਂ ਵਿੱਚ ਤਾਂ ਘਰ ਨਹੀਂ ਚੱਲਦਾ। ਮੈਂ ਕਿਹਾ, ਚੱਲਦਾ ਤਾਂ ਨਹੀਂ, ਪਰ ਚਲਾਉਣਾ ਪੈਂਦਾ ਹੈ। ਮੈਨੂੰ ਹੋਰ ਕੋਈ ਕੰਮ ਨਹੀਂ ਆਉਂਦਾ। ਮੈਂ ਮਜ਼ਦੂਰੀ ਕਰਨ ਦੇ ਬਾਰੇ ਵਿੱਚ ਵੀ ਸੋਚਿਆ ਸੀ, ਪਰ ਦਿਹਾੜੀ ਰੋਜ਼ ਨਹੀਂ ਬਣਦੀ। ਹਜ਼ਾਰਾਂ ਮਜ਼ਦੂਰ ਇੰਤਜ਼ਾਰ ਵਿੱਚ ਬੈਠੇ ਰਹਿੰਦੇ ਹਨ, ਪਰ ਕੰਮ ਨਾ ਮਿਲਣ 'ਤੇ ਉੱਥੋਂ ਹੀ ਉੱਠ ਕੇ ਘਰ ਚਲੇ ਜਾਂਦੇ ਹਨ। ਉਸਨੇ ਕਿਹਾ ਕਿ ਜੇਕਰ ਤੂੰ ਇੰਨਾ ਮਜਬੂਰ ਹੈ ਤਾਂ ਮੈਂ ਤੈਨੂੰ ਕੰਮ ਦਿੰਦੀ ਹਾਂ। ਮੇਰੇ ਘਰ ਚੱਲੇਂਗਾ? ਮੇਰੇ ਘਰ ਵਿੱਚ ਕੰਮ ਕਰੇਂਗਾ? ਤਾਂ ਮੈਂ ਕਿਹਾ ਕਿ ਮੈਂ ਕਦੇ ਵੀ ਕਿਸੇ ਦੇ ਘਰ ਵਿੱਚ ਕੰਮ ਨਹੀਂ ਕੀਤਾ। ਮੈਨੂੰ ਤਾਂ ਕੁਝ ਪਤਾ ਵੀ ਨਹੀਂ ਹੈ। ਉਸਨੇ ਕਿਹਾ ਕਿ ਇੰਨਾ ਵੀ ਕੋਈ ਖਾਸ ਕੰਮ ਨਹੀਂ ਹੈ, ਪਰ ਸੈਲਰੀ ਬਹੁਤ ਵਧੀਆ ਮਿਲੇਗੀ। ਮੈਂ ਕਿਹਾ, ਕਿੰਨੀ ਸੈਲਰੀ ਹੋਵੇਗੀ? ਉਸਨੇ ਕਿਹਾ, 50,000 ਰੁਪਏ ਮਹੀਨਾ। ਇਹ ਸੁਣ ਕੇ ਮੇਰੇ ਹੱਥਾਂ ਵਿੱਚੋਂ ਸਮਾਨ ਗਿਰ ਗਿਆ। ਮੈਂ ਹੈਰਾਨ ਰਹਿ ਗਿਆ। ਮੈਂ ਕਿਹਾ, ਤੁਸੀਂ ਸਿਰਫ ਆਪਣੇ ਘਰ ਦਾ ਕੰਮ ਕਰਾਉਣ ਦੇ ਬਦਲੇ ਮੈਨੂੰ 50,000 ਰੁਪਏ ਦੇਵੋਗੇ? ਜ਼ਾਹਿਰ ਹੈ ਕਿ ਘਰ ਵਿੱਚ ਸਾਫ਼ ਸਫਾਈ ਦਾ ਜਾਂ ਸਾਗ ਸਬਜ਼ੀ ਲਿਆਉਣ ਦਾ ਜਾਂ ਘਰ ਦਾ ਖਿਆਲ ਰੱਖਣ ਦਾ ਕੰਮ ਹੀ ਹੁੰਦਾ ਹੈ, ਅਤੇ ਇਸ ਕੰਮ ਲਈ ਇੰਨੀ ਤਨਖਾਹ ਤਾਂ ਕਿਸੇ ਅਫਸਰ ਦੀ ਵੀ ਨਹੀਂ ਹੁੰਦੀ। ਮੈਂ ਕਿਹਾ, ਤੁਸੀਂ ਮੇਰੇ ਨਾਲ ਮਜ਼ਾਕ ਕਰ ਰਹੇ ਹੋ। ਗਰੀਬਾਂ ਦਾ ਮਜ਼ਾਕ ਨਹੀਂ ਬਣਾਉਣਾ ਚਾਹੀਦਾ। ਰੱਬ ਨੇ ਤੁਹਾਨੂੰ ਸਭ ਕੁਝ ਦਿੱਤਾ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਾਡਾ ਮਜ਼ਾਕ ਉਡਾਓ। ਉਸਨੇ ਕਿਹਾ, ਮੈਂ ਤੇਰਾ ਮਜ਼ਾਕ ਨਹੀਂ ਬਣਾ ਰਹੀ ਹਾਂ। ਮੈਂ ਸੱਚਮੁੱਚ ਹੀ ਤੈਨੂੰ 50,000 ਰੁਪਏ ਮਹੀਨਾ ਦੇਵਾਂਗੀ। ਮੈਂ ਤੈਨੂੰ ਇੰਨੇ ਪੈਸੇ ਇਸ ਲਈ ਦੇ ਰਹੀ ਹਾਂ ਤਾਂ ਜੋ ਤੈਨੂੰ ਵੀ ਕੋਈ ਫਾਇਦਾ ਹੋਵੇ। ਮੈਂ ਤੇਰੇ ਤੋਂ ਕੰਮ ਘੱਟ ਕਰਵਾਵਾਂਗੀ ਅਤੇ ਤਨਖਾਹ ਜ਼ਿਆਦਾ ਦੇਵਾਂਗੀ ਤਾਂ ਜੋ ਤੇਰੇ ਲਈ ਵੀ ਆਸਾਨੀ ਹੋ ਜਾਵੇ। ਮੇਰੇ ਵੱਲੋਂ ਕੁਝ ਦਾਨ ਵੀ ਹੋ ਜਾਵੇਗਾ ਤਾਂ ਜੋ ਸਾਡੇ ਮਰਨ ਤੋਂ ਬਾਅਦ ਕੁਝ ਆਸਾਨੀ ਹੋ ਜਾਵੇ, ਕਿਉਂਕਿ ਅਸੀਂ ਅਮੀਰ ਲੋਕ ਆਪਣੀ ਜ਼ਿੰਦਗੀ ਤਾਂ ਸਵਾਰ ਲੈਂਦੇ ਹਾਂ, ਪਰ ਮਰਨ ਤੋਂ ਬਾਅਦ ਬਾਰੇ ਨਹੀਂ ਸੋਚਦੇ। ਇਸ ਲਈ ਮੈਂ ਤੈਨੂੰ ਥੋੜ੍ਹੇ ਕੰਮ ਦੇ ਜ਼ਿਆਦਾ ਪੈਸੇ ਦੇ ਰਹੀ ਹਾਂ। ਮੇਰੇ ਦਿਲ ਨੂੰ ਵੀ ਸ਼ਾਂਤੀ ਮਿਲ ਜਾਵੇਗੀ ਕਿ ਮੈਂ ਕੋਈ ਚੰਗਾ ਕੰਮ ਕਰ ਰਹੀ ਹਾਂ। ਮੈਂ ਸੋਚਿਆ, ਗੱਲ ਤਾਂ ਇਸ ਦੀ ਵੀ ਚੰਗੀ ਹੈ। ਦਾਨ ਤਾਂ ਸਭ ਨੂੰ ਕਰਨਾ ਹੀ ਹੁੰਦਾ ਹੈ, ਅਤੇ ਜੇਕਰ ਕੋਈ ਦਾਨ ਵਾਲੇ ਪੈਸੇ ਮੈਨੂੰ ਤਨਖਾਹ ਦੇ ਰੂਪ ਵਿੱਚ ਦੇ ਰਿਹਾ ਹੈ ਤਾਂ ਇਸ ਤੋਂ ਚੰਗੀ ਗੱਲ ਹੋਰ ਕੀ ਹੋ ਸਕਦੀ ਹੈ। ਅਤੇ ਇਸ ਨਾਲ ਮੇਰੀ ਬੇਇੱਜ਼ਤੀ ਨਹੀਂ ਹੋਵੇਗੀ ਕਿ ਮੈਨੂੰ ਦਾਨ ਦਿੱਤਾ ਜਾ ਰਿਹਾ ਹੈ, ਅਤੇ ਉਹਨਾਂ ਦਾ ਦਾਨ ਵੀ ਹੋ ਜਾਵੇਗਾ ਅਤੇ ਮੇਰਾ ਘਰ ਵੀ ਚੱਲਦਾ ਰਹੇਗਾ। 50,000 ਰੁਪਏ ਨਾਲ ਮੇਰੇ ਬਹੁਤ ਸਾਰੇ ਸੁਪਨੇ ਪੂਰੇ ਹੋ ਸਕਦੇ ਸਨ। ਮੈਂ ਉਸ ਦਾ ਬਹੁਤ ਧੰਨਵਾਦ ਕੀਤਾ। ਉਸਨੇ ਕਿਹਾ, ਮੇਰਾ ਨਾਂ ਸੰਧਿਆ ਹੈ। ਤੈਨੂੰ ਹੁਣੇ ਮੇਰੇ ਨਾਲ ਚੱਲਣਾ ਪਵੇਗਾ। ਮੈਂ ਤੈਨੂੰ ਕੰਮ ਸਮਝਾ ਦੇਵਾਂਗੀ ਅਤੇ ਕੱਲ੍ਹ ਤੋਂ ਕੰਮ 'ਤੇ ਆ ਜਾਈਂ। ਮੈਂ ਕਿਹਾ, ਠੀਕ ਹੈ। ਮੈਂ ਬਹੁਤ ਖੁਸ਼ ਹੋ ਗਿਆ ਸੀ। ਮੈਂ ਪਰਮਾਤਮਾ ਦਾ ਬਹੁਤ ਧੰਨਵਾਦ ਕੀਤਾ। ਸੱਚ ਦੱਸਾਂ ਤਾਂ ਮੈਨੂੰ ਬਿਲਕੁਲ ਵੀ ਯਕੀਨ ਨਹੀਂ ਹੋ ਰਿਹਾ ਸੀ। ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਮੈਂ ਕੋਈ ਸੁਪਨਾ ਦੇਖ ਰਿਹਾ ਹਾਂ। ਮੇਰੀ ਮਾਲਕਣ ਨੇ ਕਿਹਾ ਕਿ ਮੈਂ ਪਹਿਲੀ ਤਨਖਾਹ ਐਡਵਾਂਸ ਵਿੱਚ ਵੀ ਲੈ ਸਕਦਾ ਹਾਂ। ਮੈਨੂੰ ਕੋਈ ਦਿੱਕਤ ਨਹੀਂ ਹੈ। ਮੈਂ ਤੇਰੇ ਉੱਪਰ ਭਰੋਸਾ ਕਰਦੀ ਹਾਂ। ਉਹ ਮੈਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਨਾਲ ਲੈ ਗਈ। ਉਸ ਦੀ ਗੱਡੀ ਬਹੁਤ ਵੱਡੀ ਸੀ, ਜਿਸ ਵਿੱਚ ਪਿੱਛੇ ਵੀ ਬੈਠਣ ਦੀ ਜਗ੍ਹਾ ਸੀ, ਜੋ ਖੁੱਲ੍ਹੀ ਹੋਈ ਸੀ। ਮੈਂ ਗੱਡੀ ਦੀ ਪਿਛਲੀ ਸੀਟ 'ਤੇ ਬੈਠ ਗਿਆ। ਉਸ ਦਾ ਘਰ ਦੇਖ ਕੇ ਮੈਂ ਹੈਰਾਨ ਰਹਿ ਗਿਆ। ਉਹ ਬਹੁਤ ਵੱਡਾ ਘਰ ਸੀ। ਜੇਕਰ ਮੈਨੂੰ ਇਸ ਘਰ ਦੀ ਸਫਾਈ ਕਰਨੀ ਸੀ ਤਾਂ ਫਿਰ 50,000 ਰੁਪਏ ਕੋਈ ਜ਼ਿਆਦਾ ਨਹੀਂ ਸਨ। ਉਸ ਦਾ ਘਰ ਬਹੁਤ ਹੀ ਸੋਹਣਾ ਸੀ, ਪਰ ਜਦੋਂ ਮੈਂ ਅੰਦਰ ਗਿਆ ਤਾਂ ਮਾਲਕਣ ਨੇ ਕਿਹਾ ਕਿ ਮੈਨੂੰ ਨਾ ਹੀ ਘਰ ਦੀ ਸਫਾਈ ਕਰਨੀ ਹੈ ਅਤੇ ਨਾ ਹੀ ਖਾਣਾ ਬਣਾਉਣਾ ਹੈ। ਇਸ ਕੰਮ ਲਈ ਉਸ ਦੇ ਘਰ ਵਿੱਚ ਪਹਿਲਾਂ ਹੀ 2 ਨੌਕਰ ਹਨ। ਉਸਨੇ ਮੈਨੂੰ ਕਿਹਾ, ਤੂੰ ਬਸ ਇਹਨਾਂ ਦੋਵਾਂ ਨੌਕਰਾਂ ਤੋਂ ਕੰਮ ਕਰਵਾਉਣਾ ਹੈ। ਰੋਜ਼ ਦੀ ਸਬਜ਼ੀ ਵਗੈਰਾ ਲੈ ਕੇ ਆਉਣੀ ਹੈ ਅਤੇ ਦੇਖਣਾ ਹੈ ਸਾਰੇ ਕੰਮ ਠੀਕ ਤਰ੍ਹਾਂ ਕਰ ਰਹੇ ਹਨ ਜਾਂ ਨਹੀਂ। ਅੱਜ ਤੋਂ ਤੂੰ ਸਾਡੇ ਘਰ ਵਿੱਚ ਦੇਖਭਾਲ ਦਾ ਕੰਮ ਕਰੇਂਗਾ। ਮੈਂ ਸੋਚ ਰਿਹਾ ਸੀ ਕਿ ਇਹ ਤਾਂ ਬਿਲਕੁਲ ਹੀ ਆਸਾਨ ਕੰਮ ਹੈ। ਮਤਲਬ ਮੈਨੂੰ ਆਪ ਕੋਈ ਕੰਮ ਨਹੀਂ ਕਰਨਾ ਸੀ, ਬਲਕਿ ਦੂਜਿਆਂ ਤੋਂ ਕੰਮ ਕਰਵਾਉਣਾ ਸੀ। ਅਤੇ ਰਹੀ ਗੱਲ ਸੌਦਾ ਲਿਆਉਣ ਦੀ, ਤਾਂ ਉਹ ਕਿਹੜਾ ਮੈਨੂੰ ਸਿਰ 'ਤੇ ਚੁੱਕ ਕੇ ਲਿਆਉਣਾ ਸੀ। ਇੰਨੇ ਵੱਡੇ ਘਰ ਦਾ ਸੌਦਾ ਵੀ ਤਾਂ ਗੱਡੀ ਵਿੱਚ ਹੀ ਆਉਂਦਾ ਹੋਵੇਗਾ। ਮੈਂ ਦਿਲ ਵਿੱਚ ਸੋਚਣ ਲੱਗਿਆ ਕਿ ਮਾਲਕਣ ਨੂੰ ਕਹਿ ਦਿੰਦਾ ਹਾਂ ਕਿ ਫਿਰ ਤਾਂ ਤੁਸੀਂ ਮੈਨੂੰ ਬਹੁਤ ਜ਼ਿਆਦਾ ਪੈਸੇ ਦੇ ਰਹੇ ਹੋ। ਪਰ ਮੈਂ ਫਿਰ ਥੋੜ੍ਹਾ ਖੁਦਗਰਜ਼ ਹੋ ਗਿਆ।
ਕਿ ਜਦੋਂ ਉਹ ਆਪ ਮੈਨੂੰ ਪੈਸੇ ਦੇ ਰਹੀ ਹੈ ਤਾਂ ਮੈਨੂੰ ਕੀ ਦਿੱਕਤ ਹੈ। ਮੈਨੂੰ ਇੰਨਾ ਸੋਚਣ ਦੀ ਕੀ ਲੋੜ ਹੈ। ਮਾਲਕਣ ਨੇ ਮੈਨੂੰ ਕਿਹਾ ਕਿ ਕੱਲ੍ਹ ਤੋਂ ਤੂੰ ਕੰਮ 'ਤੇ ਆ ਸਕਦਾ ਹੈ ਅਤੇ ਜੇਕਰ ਤੂੰ ਰਾਤ ਨੂੰ ਇੱਥੇ ਹੀ ਰਹਿਣਾ ਹੋਵੇ ਤਾਂ ਵੀ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਮੈਂ ਕਿਹਾ ਮੈਂ ਇਸ ਦੇ ਬਾਰੇ ਵਿੱਚ ਤੁਹਾਨੂੰ ਸੋਚ ਕੇ ਦੱਸਾਂਗਾ ਅਤੇ ਕੱਲ੍ਹ ਨੌਕਰੀ 'ਤੇ ਆ ਜਾਵਾਂਗਾ। ਉਸਨੇ ਮੈਨੂੰ ਕਿਹਾ ਕਿ ਕੱਲ੍ਹ ਨੂੰ ਤੂੰ ਥੋੜ੍ਹਾ ਸਾਫ਼ ਸੁਥਰਾ ਹੋ ਕੇ ਆਈਂ, ਕਿਉਂਕਿ ਹੁਣ ਤੂੰ ਕੋਈ ਬੂਟ ਪਾਲਿਸ਼ ਕਰਨ ਵਾਲਾ ਨਹੀਂ ਬਲਕਿ ਇੱਕ ਬਹੁਤ ਵੱਡੇ ਘਰ ਦਾ ਇੰਚਾਰਜ ਹੈ। ਇਹ ਸੋਚ ਕੇ ਮੈਂ ਵੀ ਬਹੁਤ ਖੁਸ਼ ਹੋ ਰਿਹਾ ਸੀ ਕਿ ਅਚਾਨਕ ਮੇਰੀ ਕਿਸਮਤ ਬਦਲ ਗਈ ਸੀ। ਮੈਂ ਵੀ ਸੜਕ ਦੇ ਕਿਨਾਰੇ ਬੈਠਾ ਬੂਟ ਪਾਲਿਸ਼ ਕਰ ਰਿਹਾ ਸੀ ਅਤੇ ਹੁਣ ਇੰਨੇ ਵੱਡੇ ਘਰ ਦੀ ਜ਼ਿੰਮੇਵਾਰੀ ਮੇਰੇ ਉੱਪਰ ਆ ਗਈ ਸੀ। ਮਾਲਕਣ ਨੇ ਮੈਨੂੰ ਐਡਵਾਂਸ ਵਿੱਚ ਸੈਲਰੀ ਵੀ ਦੇ ਦਿੱਤੀ। ਮੈਂ ਸੋਚਿਆ ਕਿ ਸਭ ਤੋਂ ਪਹਿਲਾਂ ਇਹ ਖਬਰ ਆਪਣੀ ਭੈਣ ਨੂੰ ਸੁਣਾਵਾਂਗਾ, ਪਰ ਮੈਂ ਸੋਚਿਆ ਮੈਂ ਉਸਨੂੰ ਇਹ ਗੱਲ ਬਿਲਕੁਲ ਵੀ ਨਹੀਂ ਦੱਸਾਂਗਾ ਕਿ ਮੈਨੂੰ ਇੰਨੀ ਵੱਡੀ ਨੌਕਰੀ ਮਿਲ ਗਈ ਹੈ, ਕਿਉਂਕਿ ਮੈਂ ਸਾਰੇ ਪੈਸੇ ਜਮ੍ਹਾਂ ਕਰਾਂਗਾ। ਕਿਉਂਕਿ ਜੇਕਰ ਮੈਂ ਉਸਨੂੰ ਦੱਸ ਦਿੱਤਾ ਕਿ ਮੈਨੂੰ ਇੰਨੇ ਪੈਸੇ ਮਿਲ ਰਹੇ ਹਨ ਤਾਂ ਫਿਰ ਅਸੀਂ ਪੈਸਿਆਂ ਨੂੰ ਖਰਚ ਕਰਨਾ ਸ਼ੁਰੂ ਕਰ ਦੇਵਾਂਗੇ। ਮੈਂ ਸੋਚ ਲਿਆ ਸੀ ਕਿ ਮੈਂ 6-7 ਮਹੀਨੇ ਤੱਕ ਪੈਸੇ ਜਮ੍ਹਾਂ ਕਰਾਂਗਾ। ਫਿਰ ਜਦੋਂ ਉਸ ਦਾ ਦਹੇਜ ਦਾ ਸਮਾਨ ਬਣ ਜਾਵੇਗਾ ਅਤੇ ਉਸ ਦੇ ਲਈ ਕੋਈ ਚੰਗਾ ਰਿਸ਼ਤਾ ਲੱਭ ਲਵਾਂਗਾ ਤਾਂ ਉਸ ਨੂੰ ਸਭ ਕੁਝ ਦੱਸਾਂਗਾ, ਤਾਂ ਉਹ ਬਹੁਤ ਖੁਸ਼ ਹੋਵੇਗੀ। ਉਂਝ ਵੀ ਸਾਡੇ ਖਾਨਦਾਨ ਵਿੱਚ ਕੁੜੀਆਂ ਦਾ ਵਿਆਹ ਜਲਦੀ ਕਰਵਾ ਦਿੱਤਾ ਜਾਂਦਾ ਸੀ। ਮੇਰੀ ਭੈਣ ਵੀ 18 ਸਾਲ ਦੀ ਹੋ ਗਈ ਸੀ ਅਤੇ ਇਸ ਹਿਸਾਬ ਨਾਲ ਉਸ ਦੀ ਉਮਰ ਨਿਕਲਦੀ ਜਾ ਰਹੀ ਸੀ, ਕਿਉਂਕਿ ਮੇਰੀ ਮੰਮੀ ਦਾ ਵਿਆਹ ਤਾਂ ਸਿਰਫ 16 ਸਾਲ ਦੀ ਉਮਰ ਵਿੱਚ ਹੀ ਹੋ ਗਿਆ ਸੀ। ਸਾਡੇ ਖਾਨਦਾਨ ਵਿੱਚ ਲੋਕ ਕਿਸੇ ਕੰਮ ਦੇ ਨਹੀਂ ਸਨ, ਪਰ ਉਹ ਗੱਲਾਂ ਬਣਾਉਣ ਵਿੱਚ ਸਭ ਤੋਂ ਅੱਗੇ ਸਨ। ਉਹ ਕਹਿੰਦੇ ਸਨ ਕਿ ਇਹ ਆਪਣੀ ਭੈਣ ਨੂੰ ਬੁੱਢਾ ਕਰਕੇ ਛੱਡੇਗਾ। ਮੈਂ ਸਭ ਦਾ ਮੂੰਹ ਬੰਦ ਕਰਨਾ ਚਾਹੁੰਦਾ ਸੀ ਅਤੇ ਸਭ ਨੂੰ ਅਚਾਨਕ ਹੀ ਇਹ ਗੱਲ ਪਤਾ ਲੱਗਣੀ ਚਾਹੀਦੀ ਸੀ ਕਿ ਮੈਂ ਆਪਣੀ ਭੈਣ ਲਈ ਬਹੁਤ ਹੀ ਵਧੀਆ ਦਹੇਜ ਦਾ ਸਮਾਨ ਬਣਾਇਆ ਹੈ। ਮੈਂ ਆਪਣੀ ਭੈਣ ਨੂੰ ਇਸ ਬਾਰੇ ਕੁਝ ਨਹੀਂ ਦੱਸਿਆ, ਪਰ ਜਦੋਂ ਸ਼ਾਮ ਨੂੰ ਮੈਂ ਘਰ ਆਇਆ ਤਾਂ ਉਸਨੇ ਮੈਨੂੰ ਕਿਹਾ, ਅੱਜ ਬੜਾ ਖੁਸ਼ ਲੱਗ ਰਿਹਾ ਹੈ। ਤਾਂ ਮੈਂ ਉਸਨੂੰ ਕਿਹਾ, ਅੱਜ ਮੇਰੇ ਕੋਲ ਬਹੁਤ ਜ਼ਿਆਦਾ ਕੰਮ ਆਇਆ ਸੀ, ਭੀੜ ਲੱਗੀ ਹੋਈ ਸੀ, ਦੀਵਾਲੀ ਨੇੜੇ ਹੈ ਨਾ। ਇਹ ਸੁਣ ਕੇ ਉਸਨੇ ਹੋਰ ਕੁਝ ਨਹੀਂ ਪੁੱਛਿਆ ਅਤੇ ਉਹ ਵੀ ਬਹੁਤ ਖੁਸ਼ ਸੀ। ਮੈਂ ਕਿਹਾ, ਪਰ ਤੂੰ ਇੰਨੀ ਖੁਸ਼ ਕਿਉਂ ਹੈ? ਤਾਂ ਉਹ ਕਹਿਣ ਲੱਗੀ, ਜਿੱਥੇ ਮੈਂ ਕੰਮ ਕਰਦੀ ਹਾਂ ਉਹਨਾਂ ਨੇ ਕਿਹਾ ਹੈ ਕਿ ਅਗਲੇ ਮਹੀਨੇ ਤੇਰੀ ਸੈਲਰੀ 2000 ਰੁਪਏ ਹੋਰ ਵੱਧ ਜਾਵੇਗੀ। ਉਹਨਾਂ ਦੇ ਬੱਚਿਆਂ ਦੀ ਕਲਾਸ ਵੀ ਵੱਡੀ ਹੋ ਜਾਵੇਗੀ ਅਤੇ ਮਿਹਨਤ ਵੀ ਜ਼ਿਆਦਾ ਕਰਨੀ ਪਵੇਗੀ। ਮੈਂ ਕਿਹਾ ਕਿ ਮਿਹਨਤ ਤਾਂ ਕਰਨੀ ਹੀ ਪੈਂਦੀ ਹੈ, ਤਾਂ ਹੀ ਜਾ ਕੇ ਕੁਝ ਮਿਲਦਾ ਹੈ। ਮੇਰੀ ਭੈਣ ਨੇ ਰੋਟੀ ਬਣਾਈ ਅਤੇ ਅਸੀਂ ਰੋਟੀ ਖਾ ਕੇ ਸੌਂ ਗਏ। ਮੈਂ ਉਸ ਨੂੰ ਕਿਹਾ, ਮੈਂ ਅੱਜ ਤੋਂ ਜ਼ਿਆਦਾ ਕੰਮ ਕਰਾਂਗਾ ਕਿਉਂਕਿ ਮੈਨੂੰ ਬਹੁਤ ਸਾਰੇ ਪੈਸੇ ਜਮ੍ਹਾਂ ਕਰਨੇ ਹਨ। ਮੈਂ ਪਹਿਲਾਂ ਸਵੇਰੇ ਜਲਦੀ ਨਹੀਂ ਉੱਠਦਾ ਸੀ, ਪਰ ਹੁਣ ਉੱਠਣਾ ਪੈਣਾ ਸੀ। ਮੈਨੂੰ ਹੈਰਾਨੀ ਇਸ ਗੱਲ ਦੀ ਸੀ ਕਿ ਇੰਨੇ ਵੱਡੇ ਘਰ ਵਿੱਚ ਮਾਲਕਣ ਬਿਲਕੁਲ ਇਕੱਲੀ ਹੀ ਰਹਿੰਦੀ ਸੀ। ਮੈਨੂੰ ਲੱਗਦਾ ਸੀ ਕਿ ਇਸ ਘਰ ਵਿੱਚ ਹੋਰ ਵੀ ਲੋਕ ਰਹਿੰਦੇ ਹੋਣਗੇ, ਪਰ ਇੱਥੇ ਨੌਕਰ ਜ਼ਿਆਦਾ ਸਨ ਅਤੇ ਰਹਿਣ ਵਾਲਾ ਕੋਈ ਵੀ ਨਹੀਂ ਸੀ। ਮਾਲਕਣ ਸਾਰੀ ਰਾਤ ਜਾਗਦੀ ਸੀ ਅਤੇ ਦਿਨ ਵਿੱਚ 12 ਵਜੇ ਤੱਕ ਸੌਂਦੀ ਰਹਿੰਦੀ ਸੀ। ਉਹ ਰੋਟੀ ਵੀ ਨਹੀਂ ਖਾਂਦੀ ਸੀ ਅਤੇ ਉੱਠਣ ਤੋਂ ਬਾਅਦ ਚਾਹ ਪੀ ਲੈਂਦੀ ਅਤੇ ਜਦੋਂ ਸ਼ਾਮ ਹੁੰਦੀ ਤਾਂ ਸਿਰਫ ਇੱਕ ਟਾਈਮ ਦੀ ਰੋਟੀ ਖਾਂਦੀ ਸੀ ਅਤੇ ਉਹ ਬਹੁਤ ਜ਼ਿਆਦਾ ਖਾਣਾ ਹੁੰਦਾ ਸੀ, ਜਿਸ ਵਿੱਚ ਹਰ ਤਰ੍ਹਾਂ ਦੀ ਚੀਜ਼ ਹੁੰਦੀ ਸੀ। ਫਿਰ ਉਹ ਰੋਟੀ ਖਾ ਕੇ ਸੌ ਜਾਂਦੀ ਸੀ ਅਤੇ ਰਾਤ ਨੂੰ ਜਾਗਦੀ ਸੀ। ਸ਼ਾਇਦ ਅਮੀਰ ਲੋਕਾਂ ਦੀ ਜ਼ਿੰਦਗੀ ਅਜਿਹੀ ਹੀ ਹੁੰਦੀ ਹੈ। ਮੇਰੇ ਕੋਲ ਵੀ ਕੋਈ ਜ਼ਿਆਦਾ ਕੰਮ ਨਹੀਂ ਸੀ, ਫਿਰ ਵੀ ਸਭ ਦੀ ਜ਼ਿੰਮੇਵਾਰੀ ਸੀ ਅਤੇ ਮੈਨੂੰ ਬਹੁਤ ਹੀ ਵਧੀਆ ਲੱਗ ਰਿਹਾ ਸੀ। ਇੱਕ ਦਿਨ ਮੈਂ ਸਬਜ਼ੀ ਲੈਣ ਗਿਆ ਤਾਂ ਮੈਨੂੰ ਜੋ ਖਰਚਾ ਦਿੱਤਾ ਗਿਆ ਉਸ ਵਿੱਚੋਂ 2000 ਰੁਪਏ ਬਚ ਗਏ। ਮੈਂ ਜਦੋਂ ਉਹ ਪੈਸੇ ਮਾਲਕਣ ਨੂੰ ਵਾਪਸ ਕਰਨ ਲੱਗਿਆ ਤਾਂ ਉਹਨਾਂ ਨੇ ਕਿਹਾ ਕਿ ਰੱਖ ਲੈ, ਇਹ ਤੂੰ ਕਮਾਏ ਹਨ, ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਨੌਕਰ ਸੌਦਾ ਖਰੀਦਣ ਜਾਂਦੇ ਸਨ ਉਹ ਤਾਂ ਇੰਨੇ ਪੈਸਿਆਂ ਵਿੱਚ ਬਹੁਤ ਘੱਟ ਸਮਾਨ ਲਿਆਉਂਦੇ ਸਨ। ਤੂੰ ਤਾਂ ਬਹੁਤ ਅਕਲਮੰਦੀ ਨਾਲ ਖਰੀਦਦਾਰੀ ਕੀਤੀ ਹੈ ਅਤੇ ਇੰਨੀਆਂ ਚੀਜ਼ਾਂ ਵੀ ਲੈ ਕੇ ਆਇਆ ਹੈ, ਪਰ ਫਿਰ ਵੀ ਪੈਸੇ ਬਚਾ ਲਏ ਹਨ, ਤਾਂ ਇਹ ਪੈਸੇ ਤੇਰਾ ਇਨਾਮ ਹਨ। ਮੈਂ ਮਾਲਕਣ ਕੋਲ ਇੱਕ ਹਫ਼ਤਾ ਕੰਮ ਕੀਤਾ। ਉਹ ਮੇਰਾ ਬਹੁਤ ਖਿਆਲ ਰੱਖਦੀ ਸੀ, ਜਿਵੇਂ ਮੈਨੂੰ ਹੀ ਉਹ ਹਰ ਵੇਲੇ ਦੇਖ ਰਹੀ ਹੁੰਦੀ ਸੀ ਕਿ ਮੈਂ ਚੰਗੀ ਤਰ੍ਹਾਂ ਕੰਮ ਕਰ ਰਿਹਾ ਹਾਂ ਜਾਂ ਨਹੀਂ। ਮੈਂ ਵੀ ਕੋਈ ਗਲਤੀ ਨਹੀਂ ਕੀਤੀ, ਕਿਉਂਕਿ ਮੈਨੂੰ ਪਤਾ ਹੈ ਕਿ ਵੱਡੇ ਲੋਕਾਂ ਨੂੰ ਨੌਕਰਾਂ ਨੂੰ ਵੀ ਚੈੱਕ ਕਰਨ ਦੀ ਆਦਤ ਹੁੰਦੀ ਹੈ। ਇੰਝ ਹੀ ਕੋਈ ਵੀ ਕਿਸੇ ਉੱਪਰ ਭਰੋਸਾ ਨਹੀਂ ਕਰਦਾ। ਫਿਰ ਇੱਕ ਦਿਨ ਮਾਲਕਣ ਨੇ ਮੈਨੂੰ ਕਿਹਾ ਕਿ ਅੱਜ ਰਾਤ ਤੂੰ ਘਰ ਨਹੀਂ ਜਾਣਾ ਹੈ। ਮੈਂ ਕਿਹਾ, ਨਹੀਂ, ਮੈਨੂੰ ਘਰ ਜਾਣਾ ਹੀ ਹੋਵੇਗਾ, ਮੈਨੂੰ ਬਹੁਤ ਜ਼ਰੂਰੀ ਕੰਮ ਹੈ। ਤਾਂ ਉਹਨਾਂ ਨੇ ਕਿਹਾ ਕਿ ਠੀਕ ਹੈ, ਦੇਰ ਨਾਲ ਚਲਾ ਜਾਈਂ। ਮਾਲਕਣ ਨੇ ਮੈਨੂੰ ਕਮਰੇ ਵਿੱਚ ਬਿਠਾ ਦਿੱਤਾ
ਅਤੇ ਕਿਹਾ, ਮੈਨੂੰ ਤੇਰੇ ਤੋਂ ਕੋਈ ਕੰਮ ਹੈ, ਮੈਂ ਤੈਨੂੰ ਦੱਸਦੀ ਹਾਂ। ਮੈਂ ਉਸ ਕਮਰੇ ਵਿੱਚ 2 ਘੰਟੇ ਤੱਕ ਬੈਠਾ ਉਹਨਾਂ ਦਾ ਇੰਤਜ਼ਾਰ ਕਰਦਾ ਰਿਹਾ, ਪਰ ਉਹ ਨਹੀਂ ਆਈ। ਹੁਣ ਮੈਂ ਵੀ ਸੋਚਾਂ ਵਿੱਚ ਪੈ ਗਿਆ ਸੀ ਕਿ ਅਜਿਹਾ ਕਿਹੜਾ ਕੰਮ ਹੋ ਸਕਦਾ ਹੈ। ਘਰ ਦੇ ਸਾਰੇ ਕੰਮ ਤਾਂ ਹੋ ਗਏ ਸਨ। 2 ਘੰਟੇ ਬਾਅਦ ਜਦੋਂ ਮਾਲਕਣ ਆਈ ਤਾਂ ਉਹ ਬਹੁਤ ਤਿਆਰ ਹੋ ਕੇ ਆਈ ਸੀ। ਉਹ ਬਹੁਤ ਸੋਹਣੀ ਲੱਗ ਰਹੀ ਸੀ। ਉਹ ਆਪਣੀ ਉਮਰ ਤੋਂ ਬਹੁਤ ਛੋਟੀ ਲੱਗ ਰਹੀ ਸੀ। ਮੈਂ ਪੁੱਛਿਆ ਕਿ ਤੁਸੀਂ ਕਿਤੇ ਜਾਣਾ ਹੈ? ਉਹਨਾਂ ਦਾ ਡਰਾਈਵਰ ਅੱਜ ਛੁੱਟੀ 'ਤੇ ਸੀ, ਇਸ ਲਈ ਮੈਨੂੰ ਲੱਗਿਆ ਕਿ ਸ਼ਾਇਦ ਉਹਨਾਂ ਨੇ ਮੈਨੂੰ ਨਾਲ ਲੈ ਕੇ ਕਿਤੇ ਜਾਣਾ ਹੋਵੇਗਾ। ਮੈਨੂੰ ਗੱਡੀ ਚਲਾਉਣੀ ਆਉਂਦੀ ਸੀ, ਸ਼ਾਇਦ ਇਸੇ ਲਈ ਉਹਨਾਂ ਨੇ ਮੈਨੂੰ ਰੋਕਿਆ ਸੀ। ਪਰ ਉਹ ਮੇਰੇ ਕੋਲ ਆ ਕੇ ਬੈਠ ਗਈ। ਅਚਾਨਕ ਮਾਲਕਣ ਨੇ ਮੇਰਾ ਹੱਥ ਫੜ ਲਿਆ। ਮੈਂ ਕਿਹਾ, ਤੁਸੀਂ ਕੀ ਕਰ ਰਹੇ ਹੋ? ਉਹ ਕਹਿਣ ਲੱਗੇ ਕਿ ਬਸ ਕਰ, ਅੱਜ ਕੱਲ੍ਹ ਕੋਈ ਇੰਨਾ ਵੀ ਮਾਸੂਮ ਨਹੀਂ ਹੁੰਦਾ। ਮੈਂ ਤੈਨੂੰ ਨੌਕਰੀ ਲਈ ਕਿਉਂ ਰੱਖਿਆ ਹੈ? ਤੂੰ ਇੰਨਾ ਵੀ ਭੋਲਾ ਨਹੀਂ ਹੈ। ਮੈਂ ਤੈਨੂੰ ਇੱਥੇ ਰੁਕਣ ਲਈ ਕਿਹਾ ਹੈ। ਸਾਰੇ ਨੌਕਰਾਂ ਨੂੰ ਛੁੱਟੀ ਦੇ ਦਿੱਤੀ ਹੈ। ਮੈਂ ਤਿਆਰ ਹੋ ਕੇ ਆਈ ਹਾਂ ਤਾਂ ਕਿਸ ਲਈ ਆਈ ਹਾਂ? ਤੈਨੂੰ ਇੰਨੀ ਵੀ ਗੱਲ ਸਮਝ ਨਹੀਂ ਆ ਰਹੀ ਹੈ। ਤੂੰ ਕੋਈ ਛੋਟਾ ਬੱਚਾ ਤਾਂ ਹੈ ਨਹੀਂ। ਤੇਰੀ ਉਮਰ 20 ਸਾਲ ਤਾਂ ਹੋਵੇਗੀ ਹੀ ਨਾ। ਇਹ ਸਭ ਦੇਖ ਕੇ ਮੈਂ ਹੈਰਾਨ ਪਰੇਸ਼ਾਨ ਰਹਿ ਗਿਆ। ਮੈਨੂੰ ਮਾਲਕਣ ਨੇ ਕਿਹਾ ਕਿ ਤੇਰਾ ਕੀ ਜਾਵੇਗਾ? ਹੁਣ ਮੈਂ ਮਿਲ ਰਹੀ ਹਾਂ, ਕੀ ਤੈਨੂੰ ਇਸ ਗੱਲ ਦੀ ਖੁਸ਼ੀ ਨਹੀਂ ਹੈ? ਮੈਂ ਕਿਹਾ, ਨਹੀਂ ਮਾਲਕਣ, ਨਹੀਂ, ਮੈਂ ਅਜਿਹਾ ਕੰਮ ਨਹੀਂ ਕਰਦਾ। ਮੈਂ ਉੱਥੋਂ ਜਾਣ ਦੀ ਕੋਸ਼ਿਸ਼ ਕੀਤੀ। ਫਿਰ ਉਸਨੇ ਮੇਰਾ ਹੱਥ ਫੜ ਲਿਆ। ਮੈਂ ਉਸਨੂੰ ਮਨਾ ਕੀਤਾ। ਮੈਂ ਕਿਹਾ ਕਿ ਤੁਸੀਂ ਮੈਨੂੰ ਗਲਤ ਕੰਮ ਕਰਨ ਲਈ ਮਜਬੂਰ ਨਹੀਂ ਕਰ ਸਕਦੇ। ਮੈਂ ਅਜਿਹਾ ਕਦੇ ਨਹੀਂ ਕਰਾਂਗਾ। ਮੈਂ ਤੁਹਾਨੂੰ ਆਪਣੀ ਮਾਲਕਣ ਸਮਝਦਾ ਹਾਂ। ਮੇਰੇ ਦਿਲ ਵਿੱਚ ਤੁਹਾਡੇ ਲਈ ਬਹੁਤ ਇੱਜ਼ਤ ਹੈ। ਮੈਂ ਉਸਨੂੰ ਬਹੁਤ ਖਰੀਆਂ ਖੋਟੀਆਂ ਸੁਣਾਈਆਂ ਅਤੇ ਜਿਵੇਂ ਹੀ ਜਾਣ ਲੱਗਿਆ ਤਾਂ ਮੇਰੀ ਮਾਲਕਣ ਨੇ ਤਾੜੀਆਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਮੁੜ ਕੇ ਦੇਖਿਆ ਤਾਂ ਉਹਨਾਂ ਨੇ ਕਿਹਾ ਕਿ ਤੂੰ ਅੱਜ ਬਹੁਤ ਵੱਡਾ ਇਮਤਿਹਾਨ ਪਾਸ ਕਰ ਲਿਆ ਹੈ। ਇਹ ਸੁਣ ਕੇ ਮੈਂ ਹੈਰਾਨ ਰਹਿ ਗਿਆ ਅਤੇ ਕਿਹਾ, ਕਿਹੜਾ ਇਮਤਿਹਾਨ? ਤਾਂ ਉਹਨਾਂ ਨੇ ਕਿਹਾ ਕਿ ਮੈਂ ਤੈਨੂੰ ਪਰਖ ਰਹੀ ਸੀ ਅਤੇ ਇਸ ਟੈਸਟ ਵਿੱਚ ਤੂੰ ਪਾਸ ਹੋ ਗਿਆ ਹੈ। ਹੁਣ ਮੈਂ ਚਾਹੁੰਦੀ ਹਾਂ ਕਿ ਤੂੰ ਮੇਰੀ ਇੱਕ ਜਾਣ ਪਛਾਣ ਵਾਲੀ ਕੁੜੀ ਨਾਲ ਵਿਆਹ ਕਰ ਲਵੇਂ, ਜਿਸ ਨੂੰ ਮੈਂ ਆਪਣੀ ਬੇਟੀ ਬਣਾਇਆ ਹੋਇਆ ਹੈ ਅਤੇ ਉਹ ਬੈਠਕ ਵਿੱਚ ਬੈਠੀ ਹੈ। ਜਾਂ ਤੂੰ ਜਾ ਕੇ ਉਸ ਨਾਲ ਗੱਲ ਕਰ ਲੈ। ਸਮਝ ਲੈ ਕਿ ਇਹ ਤੇਰਾ ਇਨਾਮ ਹੈ। ਮੈਂ ਕਿਹਾ ਕਿ ਤੁਸੀਂ ਇਹ ਕੀ ਕਹਿ ਰਹੇ ਹੋ? ਮੈਂ ਉਸ ਨਾਲ ਵਿਆਹ ਕਿਵੇਂ ਕਰ ਸਕਦਾ ਹਾਂ? ਤਾਂ ਉਹ ਕਹਿਣ ਲੱਗੀ, ਕਿਉਂ ਨਹੀਂ ਕਰ ਸਕਦਾ? ਕੀ ਤੂੰ ਵਿਆਹ ਨਹੀਂ ਕਰਵਾਉਣਾ? ਮੈਂ ਚੁੱਪ ਹੋ ਗਿਆ। ਉਹਨਾਂ ਨੇ ਮੈਨੂੰ ਕਿਹਾ, ਜਾ ਇੱਕ ਵਾਰ ਦੇਖ, ਉਹ ਬਹੁਤ ਹੀ ਸੋਹਣੀ ਕੁੜੀ ਹੈ ਅਤੇ ਤੂੰ ਬਹੁਤ ਚੰਗਾ ਮੁੰਡਾ ਹੈ। ਤੈਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਮੈਨੂੰ ਆਪਣੇ ਆਪ ਨੂੰ ਸੰਭਾਲਣ ਵਿੱਚ ਕੁਝ ਸਮਾਂ ਲੱਗਿਆ। ਫਿਰ ਮੈਂ ਉੱਥੋਂ ਚਲਾ ਗਿਆ। ਪਰ ਜਦੋਂ ਮੈਂ ਉਸ ਕਮਰੇ ਵਿੱਚ ਜਾ ਕੇ ਸਾਹਮਣੇ ਵਾਲੀ ਕੁੜੀ ਨੂੰ ਦੇਖਿਆ ਤਾਂ ਉਸ ਦਾ ਮੂੰਹ ਦੂਜੇ ਪਾਸੇ ਸੀ। ਉਸ ਦੇ ਲੰਬੇ ਲੰਬੇ ਵਾਲ ਸਨ ਅਤੇ ਉਹ ਬਹੁਤ ਪਿਆਰੀ ਲੱਗ ਰਹੀ ਸੀ। ਅਤੇ ਜਦੋਂ ਉਹ ਮੁੜੀ ਤਾਂ ਉਸ ਨੂੰ ਦੇਖ ਕੇ ਮੇਰੀਆਂ ਅੱਖਾਂ ਫਟੀਆਂ ਰਹਿ ਗਈਆਂ, ਕਿਉਂਕਿ ਉਹ ਤਾਂ ਮੇਰੀ ਭੈਣ ਸੀ। ਉਹ ਵੀ ਮੈਨੂੰ ਦੇਖ ਕੇ ਘਬਰਾ ਗਈ ਅਤੇ ਪੁੱਛਣ ਲੱਗੀ, ਤੁਸੀਂ ਇੱਥੇ ਕੀ ਕਰ ਰਹੇ ਹੋ? ਅਸੀਂ ਸਭ ਹੈਰਾਨ ਰਹਿ ਗਏ। ਫਿਰ ਬਾਅਦ ਵਿੱਚ ਪਤਾ ਲੱਗਿਆ ਕਿ ਜਦੋਂ ਮੇਰੀ ਭੈਣ ਕਿਸੇ ਦੇ ਘਰ ਪੜ੍ਹਾਉਣ ਜਾਂਦੀ ਸੀ ਤਾਂ ਨੇੜੇ ਹੀ ਮੇਰੀ ਮਾਲਕਣ ਦਾ ਵੀ ਘਰ ਸੀ। ਜਿਨ੍ਹਾਂ ਬੱਚਿਆਂ ਨੂੰ ਮੇਰੀ ਭੈਣ ਪੜ੍ਹਾਉਂਦੀ ਸੀ ਉਹ ਮੇਰੀ ਮਾਲਕਣ ਦੀ ਭੈਣ ਦੇ ਹੀ ਬੱਚੇ ਸਨ। ਅਤੇ ਮੇਰੀ ਭੈਣ ਨੇ ਮਾਲਕਣ ਨੂੰ ਦੱਸਿਆ ਸੀ ਕਿ ਸਾਡੇ ਮਾਂ-ਬਾਪ ਨੇ ਇੱਕ ਦੂਜੇ ਨਾਲ ਬੇਵਫਾਈ ਕੀਤੀ ਅਤੇ ਇੱਕ ਦੂਜੇ ਨੂੰ ਧੋਖਾ ਦਿੱਤਾ ਸੀ। ਮਾਲਕਣ ਨੇ ਦੱਸਿਆ ਕਿ ਮੈਨੂੰ ਵੀ ਮੇਰੇ ਪਤੀ ਨੇ ਧੋਖਾ ਦਿੱਤਾ ਸੀ, ਇਸ ਲਈ ਉਹਨਾਂ ਨੇ ਮੇਰੀ ਭੈਣ ਨੂੰ ਕਿਹਾ ਸੀ ਕਿ ਉਹ ਉਸ ਦੇ ਲਈ ਮੁੰਡਾ ਲੱਭੇਗੀ ਅਤੇ ਅਜਿਹਾ ਮੁੰਡਾ ਤਲਾਸ਼ ਕਰੇਗੀ ਜੋ ਬੇਵਫਾ ਨਹੀਂ ਹੋਵੇਗਾ। ਅਸੀਂ ਉਸ ਨੂੰ ਪਹਿਲਾਂ ਚੈੱਕ ਕਰਾਂਗੇ। ਇਸ ਲਈ ਮੈਨੂੰ ਪਹਿਲਾਂ ਚੰਗੀ ਨੌਕਰੀ ਦਿੱਤੀ, ਜ਼ਿਆਦਾ ਸੈਲਰੀ ਦਿੱਤੀ, ਮੈਨੂੰ ਸਾਫ਼ ਸੁਥਰਾ ਰਹਿਣ ਲਈ ਕਿਹਾ। ਮਾਲਕਣ ਨੇ ਮੈਨੂੰ ਚੈੱਕ ਕੀਤਾ ਸੀ ਕਿ ਮੈਂ ਠੀਕ ਨਿਕਲਿਆ ਤਾਂ ਉਹ ਮੇਰੇ ਵਿਆਹ ਦੇ ਬਾਰੇ ਵਿੱਚ ਗੱਲ ਕਰੇਗੀ। ਪਰ ਮਾਲਕਣ ਨੂੰ ਪਤਾ ਹੀ ਨਹੀਂ ਸੀ ਕਿ ਉਹ ਮੇਰੀ ਭੈਣ ਹੈ। ਅਸੀਂ ਸਭ ਹੈਰਾਨ ਪਰੇਸ਼ਾਨ ਰਹਿ ਗਏ। ਮੈਂ ਆਪਣੀ ਭੈਣ ਨੂੰ ਕਿਹਾ ਕਿ ਤੂੰ ਇੱਥੇ ਵਿਆਹ ਦੀਆਂ ਤਿਆਰੀਆਂ ਕਰਨ ਵਿੱਚ ਲੱਗੀ ਹੋਈ ਸੀ ਅਤੇ ਮੈਨੂੰ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ। ਤਾਂ ਮੇਰੀ ਭੈਣ ਨੇ ਕਿਹਾ ਕਿ ਤੁਸੀਂ ਵੀ ਤਾਂ ਇੱਥੇ ਕੰਮ ਕਰਦੇ ਹੋ ਅਤੇ ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ? ਤਾਂ ਮੈਂ ਕਿਹਾ ਕਿ ਮੈਂ ਤੇਰੇ ਦਹੇਜ ਲਈ ਪੈਸੇ ਜਮ੍ਹਾਂ ਕਰ ਰਿਹਾ ਸੀ, ਤੈਨੂੰ ਗਿਫਟ ਦੇਣਾ ਚਾਹੁੰਦਾ ਸੀ। ਅਸੀਂ ਦੋਵੇਂ ਭੈਣ ਭਾਈਆਂ ਨੇ ਇੱਕ ਦੂਜੇ 'ਤੇ ਗੁੱਸਾ ਕੱਢਿਆ। ਫਿਰ ਮਾਲਕਣ ਨੇ ਕਿਹਾ ਕਿ ਗਲਤੀ ਮੇਰੀ ਹੈ, ਮੈਨੂੰ ਪੂਰੀ ਗੱਲ ਪੁੱਛਣੀ ਚਾਹੀਦੀ ਸੀ। ਬਸ ਇਸ ਮਾਮਲੇ ਨੂੰ ਹੁਣ ਰਫਾ ਦਫਾ ਕਰ ਦਿਓ। ਮੇਰੀ ਭੈਣ ਰੋਣ ਲੱਗੀ। ਉਸਨੇ ਕਿਹਾ, ਜਦੋਂ ਮੰਮੀ ਪਾਪਾ ਨੇ ਇੱਕ ਦੂਜੇ ਨੂੰ ਧੋਖਾ ਦਿੱਤਾ ਅਤੇ ਫਿਰ ਇਸ ਤਰ੍ਹਾਂ ਉਹਨਾਂ ਦੀ ਜਾਨ ਚਲੀ ਗਈ
ਇਸ ਦੁਨੀਆ ਵਿੱਚ ਕਿਸੇ ਉੱਪਰ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ। ਮੈਂ ਆਪਣੀ ਭੈਣ ਨੂੰ ਕਿਹਾ ਕਿ ਜੇਕਰ ਕਿਸੇ ਉੱਪਰ ਭਰੋਸਾ ਨਹੀਂ ਕੀਤਾ ਜਾ ਸਕਦਾ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਇਨਸਾਨ ਚੁੱਪਚਾਪ ਹੀ ਕਮਰੇ ਵਿੱਚ ਬੈਠ ਜਾਵੇ। ਬਾਹਰ ਤਾਂ ਜਾਣਾ ਹੀ ਪਵੇਗਾ, ਭਰੋਸਾ ਤਾਂ ਕਰਨਾ ਹੀ ਪਵੇਗਾ। ਮੈਂ ਤੇਰੇ ਲਈ ਬਹੁਤ ਚੰਗਾ ਮੁੰਡਾ ਲੱਭਾਂਗਾ, ਤੈਨੂੰ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ। ਮੈਂ ਆਪਣੀ ਭੈਣ ਲਈ ਪੈਸੇ ਜਮ੍ਹਾਂ ਕਰਨ ਬਾਰੇ ਸੋਚਿਆ ਸੀ, ਪਰ ਮਾਲਕਣ ਨੇ ਹਰ ਚੀਜ਼ ਬਣਾਉਣ ਦੀ ਜ਼ਿੰਮੇਵਾਰੀ ਆਪਣੇ ਸਿਰ 'ਤੇ ਲੈ ਲਈ। ਅਸੀਂ ਉਸ ਲਈ ਬਹੁਤ ਚੰਗਾ ਮੁੰਡਾ ਲੱਭਿਆ ਅਤੇ ਉਸ ਦਾ ਵਿਆਹ ਕਰ ਦਿੱਤਾ। ਰੱਬ ਦਾ ਧੰਨਵਾਦ ਹੈ ਕਿ ਅੱਜ ਉਹ ਆਪਣੇ ਘਰ ਵਿੱਚ ਖੁਸ਼ ਹੈ। ਮੈਂ ਹਾਲੇ ਵੀ ਮਾਲਕਣ ਦੇ ਘਰ ਵਿੱਚ ਕੰਮ ਕਰਦਾ ਹਾਂ ਅਤੇ ਅੱਜ ਕੱਲ੍ਹ ਉਹ ਮੇਰੇ ਲਈ ਵੀ ਕੋਈ ਕੁੜੀ ਲੱਭ ਰਹੀ ਹੈ। ਦੁਨੀਆ ਵਿੱਚ ਚੰਗੇ ਲੋਕ ਵੀ ਹੁੰਦੇ ਹਨ। ਮੇਰੀ ਭੈਣ ਦੀ ਗਲਤੀ ਇਹੀ ਸੀ ਕਿ ਉਸਨੇ ਮੈਨੂੰ ਦੱਸਿਆ ਨਹੀਂ, ਕਿਉਂਕਿ ਉਹ ਇੱਕ ਵਹਿਮ ਦਾ ਸ਼ਿਕਾਰ ਸੀ। ਉਸ ਨੂੰ ਲੱਗਦਾ ਸੀ ਕਿ ਜਿਵੇਂ ਸਾਡੇ ਮਾਂ-ਬਾਪ ਨੇ ਇੱਕ ਦੂਜੇ ਨਾਲ ਬੇਵਫਾਈ ਕੀਤੀ ਅਤੇ ਆਪਣੀ ਜ਼ਿੰਦਗੀ ਦੇ ਨਾਲ ਸਾਡੀ ਜ਼ਿੰਦਗੀ ਵੀ ਬਰਬਾਦ ਕਰ ਦਿੱਤੀ, ਕਿਤੇ ਕੱਲ੍ਹ ਨੂੰ ਅਜਿਹਾ ਨਾ ਹੋਵੇ ਕਿ ਉਸ ਨੂੰ ਵੀ ਕੋਈ ਅਜਿਹਾ ਇਨਸਾਨ ਮਿਲ ਜਾਵੇ ਜੋ ਉਸ ਨਾਲ ਬੇਵਫਾਈ ਕਰੇ ਅਤੇ ਬਾਅਦ ਵਿੱਚ ਉਸ ਦੀ ਵੀ ਜਾਨ ਲੈ ਲਵੇ। ਉਸ ਨੂੰ ਬਸ ਇਸੇ ਗੱਲ ਦਾ ਡਰ ਸੀ, ਇਸੇ ਕਰਕੇ ਉਸਨੇ ਇਹ ਹਰਕਤ ਕੀਤੀ ਅਤੇ ਮਾਲਕਣ ਨਾਲ ਉਸ ਦੀ ਬਹੁਤ ਬਣਦੀ ਸੀ, ਇਸ ਲਈ ਉਹਨਾਂ ਨੇ ਮੇਰੀ ਭੈਣ ਦੀ ਮਦਦ ਕੀਤੀ। ਹੁਣ ਅਸੀਂ ਇਸ ਬਾਰੇ ਵਿੱਚ ਗੱਲ ਨਹੀਂ ਕਰਦੇ ਹਾਂ, ਇਸ ਮਾਮਲੇ ਨੂੰ ਭੁੱਲ ਗਏ ਹਾਂ। ਮੇਰੀ ਭੈਣ ਆਪਣੇ ਘਰ ਵਿੱਚ ਖੁਸ਼ ਹੈ ਅਤੇ ਮੈਂ ਵੀ ਆਪਣੀ ਜ਼ਿੰਦਗੀ ਗੁਜ਼ਾਰ ਰਿਹਾ ਹਾਂ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਦੇ ਬਾਰੇ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰ ਦਿਓ ਅਤੇ ਜੇਕਰ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਧੰਨਵਾਦ।